ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਜ਼ਫਰ ਨਦੀਮ ਅਤੇ ਤੁਸੀਂ ਵੇਖ ਰਹੇ ਜੇ ਰੋਸ਼ਨ ਪੁਆਇੰਟ। ਅਤੇ ਅੱਜ ਮੈਂ ਇੱਕ ਸਕੂਲ ਦੇ ਵਿੱਚ ਮੌਜੂਦ ਹਾਂ ਅਤੇ ਛੁੱਟੀਆਂ ਤੋਂ ਬਾਅਦ ਪਹਿਲਾ ਦਿਨ ਹੈ ਅਤੇ ਬੱਚੇ ਆ ਗਏ ਨੇ ਸਕੂਲ ਵਿੱਚ ਅਤੇ ਉਹਨਾਂ ਨਾਲ ਗੱਲਬਾਤ ਕਰਨੇ ਆ ਕਿ ਛੁੱਟੀਆਂ ਕਿਸ ਤਰ੍ਹਾਂ ਗੁਜ਼ਾਰੀਆਂ ਅਤੇ ਅੱਜ ਕਿੰਨੇ ਕੁ ਬੱਚੇ ਆਏ ਨੇ ਅਤੇ ਕਿਸ ਤਰ੍ਹਾਂ ਦੇ ਅੱਗੇ ਹਾਲਾਤ ਰਹਿਣਗੇ। ਅਤੇ ਆਓ ਤੁਹਾਡੀ ਗੱਲ ਕਰਾने हैं। अस्सलाम वालेकुम। वालेकुम सलाम। हाँ बेटा, क्या नाम है आपका? अजहरुल हक। इजहार बेटा, ਤੁਸੀਂ ਇਹ ਦੱਸਣਾ ਹੈ ਕਿ ਛੁੱਟੀਆਂ 15 ਕੁ ਦਿਨ ਤੱਕ ਗੁਜ਼ਾਰੀਆਂ ਨੇ ਆਪਾਂ, ਹਾਂਜੀ ਸਰ। ਅਤੇ 15 ਦਿਨਾਂ ਦੇ ਵਿੱਚ ਕੀ ਕੀਤਾ ਤਾਂ ਉਹ ਪੂਰਾ ਆਪਣਾ ਸ਼ੈਡਿਊਲ ਦੇਣਾ ਹੈ। ਸ਼ਡਿਊਲ ਤਾਂ ਸਾਰੀ ਕੂਣੀ ਹੈ, ਕੰਮ ਤੇ ਜਾਂਦੇ ਰਹੇ ਅਸੀਂ ਤਾਂ। ਕੀ ਕੰਮ ਕੀਤਾ? ਡਾਕਟਰੀ ਦਾ ਸਾਡੀ। ਲਓ ਜੀ ਨਾਜ਼ਰੀਨ, ਛੁੱਟੀਆਂ ਤੋਂ ਫਾਇਦਾ ਚੁੱਕਦੇ ਹੋਇਆ ਇਜ਼ਹਾਰ ਤੇ ਡਾਕਟਰ ਕੋਲ ਜਾਂਦੇ ਰਹੇ ਨੇ। ਕਿਹੜੇ ਡਾਕਟਰ ਕੋਲ ਰਹੇ ਜੇ? ਡਾਕਟਰ ਬਲਾਲ। ਡਾਕਟਰ ਬਲਾਲ ਸਾਹਿਬ ਜਨਾਬ, ਚੌਕ ਉਜਰਾ ਸ਼ਾਹ ਹਕੀਮ, ਤੇ ਉਹਨਾਂ ਦਾ ਬੜਾ ਨਾਂ ਹੈ ਅਤੇ ਨਾਲ ਵਕੀਲ ਵੀ ਨੇ, ਵਕਾਲਤ ਵੀ ਕਰਦੇ ਨੇ ਅਤੇ ਆਪਣਾ ਨਾਲ ਖਰੀਦੋ ਫਰੋਖਤ ਜ਼ਮੀਨਾਂ ਦੀ, ਪਲਾਟਾਂ ਦੀ ਵੀ ਕਰਦੇ ਨੇ, ਇਵੇਂ ਗੱਲ ਹੈ। ਅਤੇ ਡਾਕਟਰ ਵੀ ਮਸ਼ਹੂਰ ਨੇ, ਮੰਨੇ ਪਰਮੰਨੇ ਡਾਕਟਰ ਨੇ। ਅਤੇ ਕੈਸਾ ਲੱਗਦਾ ਹੈ ਜੀ ਉਹਨਾਂ ਕੋਲ ਕੰਮ ਕਰਦਿਆਂ ਤੁਹਾਨੂੰ ਇਜ਼ਹਾਰ ਸਾਹਿਬ? ਠੀਕ ਹੈ। ਇਹ ਕੀ ਗੱਲ ਹੋਈ, ਸਕੂਲ ਵੀ ਆਉਂਦੇ ਜੇ, ਉਸ ਤੋਂ ਬਾਅਦ ਡਾਕਟਰ ਕੋਲ ਵੀ ਜਾਂਦੇ ਜੇ, ਦੋ ਗੱਲਾਂ, ਇਹਦਾ ਫਾਇਦਾ ਤਾਂ ਨਹੀਂ, ਨੁਕਸਾਨ ਹੋ ਜਾਏਗਾ ਤਲੀਮ ਵੱਲੋਂ? ਕੁਛ ਨਹੀਂ ਹੁੰਦਾ ਸਾਰੀ। ਕਿਵੇਂ ਤਿਆਰੀ ਕਰਦੇ? ਉਹ ਤਾਂ ਸਹੀ, ਜਦੋਂ ਮਰੀਜ਼ ਆਉਂਦੇ ਨੇ ਉਦੋਂ ਹੀ ਉੱਠੀਦਾ, ਨਹੀਂ ਤਾਂ ਨਹੀਂ। ਉਦੋਂ ਉਹਨਾਂ ਤੱਕ ਬੈਠੇ ਸਹੀ ਤਿਆਰੀ ਕਰਦੇ ਰਹੀਦੀ ਆ ਸਕੂਲ ਦੀ। ਡਾਕਟਰ ਸਾਹਿਬ ਪੜ੍ਹੇ ਲਿਖੇ ਬੰਦੇ ਨੇ, ਵਕੀਲ ਨੇ, ਅਤੇ ਉਹ ਤੁਹਾਨੂੰ ਉਸਤਾਦਾਂ ਦੀ ਤਾਂ ਤਰਬੀਅਤ ਹੋ ਰਹੀ, ਡਾਕਟਰਾਂ ਦਾ ਤਰੀਕਾ ਹੋ ਰਿਹਾ, ਅਤੇ ਉਹ ਕੀ ਤੁਹਾਨੂੰ ਸਮਝਾਉਂਦੇ ਪੜ੍ਹਾਉਂਦੇ ਨੇ? ਉੱਥੇ ਭਾਈ ਹੈਗਾ ਇੱਕ ਨਾਲ, ਉਹਨਾਂ ਦਾ ਕੰਪਿਊਟਰ ਵੱਡਾ, ਉਹਨਾਂ ਕੋਲ ਬਹਿ ਕੇ ਪੜ੍ਹਦੇ। ਨਹੀਂ, ਡਾਕਟਰੀ 'ਚ ਕੀ ਸਿੱਖ ਲਿਆ ਹੁਣ ਤਾਈਂ? ਇਹ ਤਾਂ ਕੁਛ ਨਹੀਂ। ਕਿੰਨੇ ਦਿਨ ਹੋਏ ਨੇ ਉਹਦੇ ਕੋਲ ਜਾਂਦੇ ਹਨ? 1.5 ਮਹੀਨਾ ਹੋਇਆ। 1.5 ਮਹੀਨੇ 'ਚ ਸਰ ਦਰਦ ਦੀ ਗੋਲੀ ਦੱਸ, ਪੇਟ ਦਰਦ ਦੀ ਦੱਸ, ਬੁਖਾਰ ਦੀ ਕਿਹੜੀ ਦੇ ਸਕਦੇ ਅਸੀਂ ਬੱਚਿਆਂ ਨੂੰ ਮੌਜੂਦਾ ਮੌਸਮ ਵਿੱਚ? ਬੁਖਾਰ ਦਾ ਨਹੀਂ ਪਤਾ, ਸਿਰ ਦਰਦ ਦੀ ਕੈਮਿਕ, ਪੋਲਸਟਾਨ ਅਤੇ ਨੋਪੀਨ। ਹਾਂਜੀ। ਪੇਟ ਦਰਦ ਦੀ? ਪੇਟ ਦਰਦ ਵੀ ਇਹੀ ਹੈ। ਲਓ ਜੀ, ਪੇਟ ਦਰਦ ਦੀ ਅਤੇ ਸਿਰ ਪੇਟ ਦੀ ਇੱਕੋ ਗੋਲੀ ਪੁੱਤਰ ਨੇ ਹਾਲੇ ਤਾਈਂ ਸਿੱਖੀ ਹੈ। ਚਲੋ, ਬੜੀ ਖੁਸ਼ੀ ਹੋਈ ਜਨਾਬ। अस्सलाम वालेकुम। वालेकुम अस्सलाम। क्या नाम है बच्चे? आदिल अली। आदिल अली। तो अपने नाजरीन ਨੂੰ ਦੱਸੇ ਨਾ ਛੁੱਟੀਆਂ ਕਿਵੇਂ ਗੁਜ਼ਾਰੀਆਂ ਨੇ? ਛੁੱਟੀਆਂ ਤਾਂ ਬਹੁਤ ਅੱਛੀਆਂ ਗੁਜ਼ਾਰੀਆਂ ਨੇ। ਕੀ ਕੀਤਾ? ਕੰਮ ਤੇ ਜਾ ਰਹੇ ਸਾਂ। ਕੀ ਕੰਮ ਕਰਦੇ ਰਹੇ ਜੇ? ਬਿਜਲੀ ਦਾ। ਨਾਜ਼ਰੀਨ, ਗੌਰ ਕਰਨ ਵਾਲੀ ਗੱਲ ਹੈ ਕਿ ਦੋ ਬੱਚਿਆਂ ਨਾਲ ਹਾਲੇ ਮੇਰੀ ਗੱਲ ਹੋਈ, ਦੋਵੇਂ ਹੀ ਛੁੱਟੀਆਂ 'ਚ ਆਪਣੇ ਕਿਸੇ ਨਾ ਕਿਸੇ ਐਕਸਟਰਾ ਕੰਮ 'ਤੇ ਗਏ ਨੇ। ਇਹ ਬਿਜਲੀ ਦਾ ਕੰਮ ਸਿੱਖਦੇ ਰਹੇ ਨੇ। ਕਿਹੜੀ ਦੁਕਾਨ 'ਤੇ? ਸ਼ਰਗਾ ਰੋਡ 'ਤੇ, ਬੁੱਧ ਬਾਜ਼ਾਰ ਦੇ ਕੋਲ। ਤੁਹਾਡੇ ਉਸਤਾਦ ਦਾ ਕੀ ਨਾਮ ਬਿਜਲੀ ਵਾਲੇ ਦਾ? ਨਾਜ਼ਮ ਅਲੀ। ਨਾਜ਼ਮ ਅਲੀ ਕੋਲ ਕੰਮ ਸਿੱਖਦੇ ਰਹੇ ਨੇ। ਵਾਇਰਿੰਗ ਦਾ ਕਿ ਮੋਟਰ ਵਾਈਂਡਿੰਗ ਦਾ? ਮੋਟਰ ਵਾਇਰਿੰਗ ਅਤੇ ਵਾਇਰਿੰਗ ਦਾ। ਅਤੇ ਕਿਉਂ ਜ਼ਰੂਰਤ ਪੇਸ਼ ਆਈ? ਵਾਲਦੈਨ ਨੇ ਭੇਜਿਆ ਕਿ ਤੇਰਾ ਸ਼ੌਕ ਹੈ ਐਕਸਟਰਾ ਕੰਮ ਕਰਨ ਦਾ? ਸ਼ੌਕ ਹੈ। ਪੜ੍ਹਾਈ ਵੱਲੋਂ ਕੀ ਹਾਲਤ ਹੈ? ਠੀਕ ਹੈ, ਗੁਜ਼ਾਰਾ ਹੈ? ਪੜ੍ਹਾਈ ਵੱਲੋਂ ਵੀ ਠੀਕ ਹੈ। ਵਾਹ, ਬੜੀ ਖੁਸ਼ੀ ਦੀ ਗੱਲ ਹੈ ਜੀ। ਬੱਚਾ ਆਦਿਲ ਪੜ੍ਹਨ ਵੱਲੋਂ ਵੀ ਹੁਸ਼ਿਆਰ ਹੈ ਅਤੇ ਫਾਰਗ ਟਾਈਮ ਵਕਤ ਜ਼ਾਇਆ ਨਹੀਂ ਕੀਤਾ ਛੁੱਟੀਆਂ ਦੇ ਵਿੱਚ, ਦੁਕਾਨ 'ਤੇ ਜਾਂਦੇ ਰਹੇ ਨੇ। ਹੁਨਰ ਬੜੀ ਅੱਛੀ ਚੀਜ਼ ਹੈ, ਅਗਰ ਤੁਸੀਂ ਸਿੱਖ ਲੈਂਦੇ ਜੇ ਅਤੇ ਉਹਦਾ ਮੁਸਤਕਬਲ ਵਿੱਚ ਫਾਇਦਾ ਹੁੰਦਾ। ਪੜ੍ਹਾਈ ਦੇ ਨਾਲ ਕੰਮ ਕੋਈ ਇਹੋ ਜਿਹਾ ਹੱਥ ਨਾਟਕ ਆਉਣਾ ਚਾਹੀਦਾ, ਬੰਦਾ ਆਪਣਾ ਰੋਜ਼ਗਾਰ ਕਮਾ ਲਵੇ। ਆਦਿਲ ਮੁਤਮਿਨ ਨੇ ਆਪਣੇ ਕੰਮ ਤੋਂ? ਹੁਣ ਸਕੂਲ ਖੁੱਲ੍ਹ ਗਏ ਨੇ, ਹੁਣ ਵੀ ਜਾਓਗੇ ਦੁਕਾਨ 'ਤੇ? ਹਾਂਜੀ, ਹੁਣ ਜਾਏਂਗੇ। ਹਾਂ, ਹੁਣ ਵੀ ਜਾਏਗਾ ਆਦਿਲ। ਅਤੇ ਹੁਣ ਮੇਰੇ ਸੱਜੇ ਪਾਸੇ ਦੋ ਬੱਚੇ ਖੜ੍ਹੇ ਨੇ, ਇੱਧਰ ਆ ਜਾ ਇਸ ਪਾਸੇ, ਜਾ ਤੂੰ ਪਾਣੀ ਪੀ ਆ। ਹੁਣ ਇਹਨਾਂ ਨਾਲ ਤੁਹਾਡੀ ਗੱਲ ਕਰਾਵਾਂ। अस्सलाम वालेकुम। ਵਾਲੇਕੁਮ ਸਲਾਮ। ਕੀ ਨਾਂ ਹੈ ਬੱਚਿਆ? ਅਲੀ ਸੁਨੈਨ। ਅਲੀ ਸੁਨੈਨ। ਸਕੂਲ ਆ ਗਏ ਹੈ, ਅੱਜ ਤਾਦਾਦ ਬੜੀ ਘੱਟ ਸੀ। ਸਰਦੀ ਦੀ ਵਜ੍ਹਾ ਹੈ ਕਿ ਵੈਸੇ ਬੱਚੇ ਆਉਂਦੇ ਹੀ ਨਹੀਂ ਪਹਿਲੇ ਦਿਨ? ਸਰਦੀ ਦੀ ਵਜ੍ਹਾ। ਅਤੇ ਪੁੱਤਰ ਛੁੱਟੀਆਂ ਗੁਜ਼ਾਰੀਆਂ ਨੇ, ਠੰਡ ਬੜੀ ਸੀ, ਕਿਵੇਂ ਗੁਜ਼ਾਰੀਆਂ ਨੇ? सही, गरीब सही, माँ बाप के साथ हाथ बिठाते थे, जो काम होता था। क्या काम किया घर में? सही, माल होता सही, उसको संभालते थे। ਅੱਛਾ, ਲਓ ਜੀ, ਇਹ ਬੱਚਾ ਮੱਝਾਂ ਗਾਵਾਂ ਵਾਲਾ ਜੀ। ਜਿਹੜਾ ਮਾਹੌਲ ਹੈ ਸਾਡਾ ਪਿੰਡ ਥਾਂ 'ਤੇ ਅਸੀਂ ਰਹਿੰਦੇ ਹਾਂ ਅਤੇ ਸਾਨੂੰ ਜ਼ਿਮੀਂਦਾਰਾ ਕਰਨਾ ਹੁੰਦਾ, ਮੱਝਾਂ ਗਾਵਾਂ ਰੱਖਣੀਆਂ ਹੁੰਦੀਆਂ ਨੇ, ਅਤੇ ਬੜੀ ਗੱਲ ਹੈ। ਦੇਖੋ ਨਾਜ਼ਰੀਨ, ਇਹ ਉਹ ਬੱਚੇ ਨੇ ਜਿਹੜੇ ਆਪਣਾ ਵੀ ਕੰਮ ਕਰਦੇ ਨੇ, ਮਿਹਨਤ ਵੀ ਕਰਦੇ ਨੇ, ਵਾਲਦੈਨ ਦਾ ਹੱਥ ਵੀ ਵਟਾਉਂਦੇ ਨੇ। ਝੂਠ ਤਾਂ ਨਹੀਂ ਬੋਲੀ ਜਾਂਦੇ ਜੀ? नहीं सर।
ਅੱਛਾ, ਨਹੀਂ ਸਹੀ ਦੱਸ ਰਹੇ ਨੇ ਕਿ ਬੱਚੇ ਘਰ ਦਾ ਕੰਮ ਕਰਦੇ ਨੇ ਪੜ੍ਹਨ ਦੇ ਨਾਲ ਤੇ ਪੜ੍ਹਨ ਦਾ ਕੀ ਤਰੀਕਾ ਹੈ ਤੇਰਾ? ਨਾਲ ਤੂੰ ਮੱਝਾਂ ਗਾਵਾਂ ਦਾ ਕੰਮ ਕਰਨਾ ਹੈ ਤੇ ਪੜ੍ਹਾਈ ਨੂੰ ਟਾਈਮ ਕਿਵੇਂ ਦੇਣਾ? ਸਹੀ ਪੜ੍ਹਾਈ ਨੂੰ ਵੀ ਟਾਈਮ ਸਹੀ ਉਹ ਕਰ ਤੇ ਸਹੀ ਫਿਰ ਪੜ੍ਹਾਈ ਨੂੰ ਟਾਈਮ ਦੇ ਦੇ। ਕੀ ਹਾਲਤ ਹੈ ਪੜ੍ਹਾਈ ਵੱਲੋਂ ਵੱਲ ਨੇ ਕਿ ਐਵੇਂ ਗੁਜ਼ਾਰਾ ਹੈ? ਸਹੀ ਠੀਕ ਹੈ। ਅੱਛੇ ਨੰਬਰ ਆਏ ਸਨ? ਹਾਂਜੀ ਸਹੀ। ਪੜ੍ਹਾਈ ਵੱਲੋਂ ਮੁਤਮਿਨ ਨੇ? ਮੱਝਾਂ ਗਾਵਾਂ ਮੱਝਾਂ ਜ਼ਿਆਦਾ ਨੇ ਗਾਈਂ ਜ਼ਿਆਦਾ ਨੇ? ਮੱਝਾਂ ਜ਼ਿਆਦਾ। ਕਿੰਨਾ ਕੁ ਦੁੱਧ ਇਕੱਠਾ ਹੋ ਜਾਂਦਾ? ਸਹੀ 2-3 ਕਿਲੋ ਇੱਕ ਮੱਝ ਮਿਲਦੀ। ਕੁੱਲ ਕਿੰਨਾ ਹੋ ਜਾਂਦਾ? 2-3 ਕਿਲੋ। ਬਸ। ਤੇ 2-3 ਕਿਲੋ ਆਪ ਤਾਂ ਕੌਣ ਹੀ ਪੀਂਦਾ ਹੋਣਾ, ਦੁੱਧ ਹੀ ਲਾਇਆ ਜਾਂਦਾ ਉਸੇ, ਐਵੇਂ ਗੱਲ ਹੈ? ਨਹੀਂ ਸਹੀ 2 ਕਿਲੋ ਦੁੱਧ ले जाता है 1 किलो। ਅੱਛਾ, ਤੇ ਆਪਾਂ ਚਾਹ ਹੀ ਬਣਾ ਕੇ ਪੀਂਦੇ ਹਾਂ, ਉਵੇਂ ਦੁੱਧ ਤਾਂ ਨਹੀਂ ਪੀਂਦੇ? नहीं सर। ਨਾਜ਼ਰੀਨ, ਇੱਕ ਅਲਮੀਆ ਹੈ ਕਿ ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਵੀ ਕੀ ਹਾਲ ਹੈ? ਉਹਨੇ ਕਿਹਾ ਜੀ ਅੱਲਾ ਦੀ ਬੜੀ ਖੈਰ, ਦੁੱਧ ਤੇ ਪੁੱਤਰ ਅੱਲਾ ਨੇ ਦਿੱਤਾ ਤੇ ਬੜੀ ਅੱਲਾ ਦੀ ਰਹਿਮਤ ਹੈ। ਮੈਂ ਆਖਿਆ ਵੀ ਦੁੱਧ ਅੱਲਾ ਨੇ ਦਿੱਤਾ ਉਹਦਾ ਬੜਾ, ਮੈਂ ਆਖਿਆ ਮੁੜ ਪੀਂਦੇ ਜੇ ਆਉਂਦਾ ਕਾਈ ਨਹੀਂ। ਮੈਂ ਆਖਿਆ ਮੁੜ ਕਿਤੇ ਜਾਂਦਾ? ਉਹਨੇ ਕਿਹਾ ਦੁੱਧ ਹੀ ਲੈ ਜਾਂਦਾ। ਮੈਂ ਆਖਿਆ ਮੁੜ ਖੈਰ ਤਾਂ ਕੋਈ ਨਾ ਹੋਈ ਵੀ ਆਹ ਦੁੱਧ ਤੁਸੀਂ ਪੀਣਾ ਨਹੀਂ। ਤੇ ਪੁੱਤਰ ਨੂੰ ਮੈਂ ਵੇਖਿਆ ਪੈਰੋਂ ਨੰਗਾ ਤੇ ਉਹਦੇ ਪੈਰੀਂ ਚੀਜ਼ ਕੋਈ ਨਹੀਂ। ਮੈਂ ਆਖਿਆ ਵੀ ਖੈਰ ਹੋਈ, ਅੱਲਾ ਨੇ ਤੈਨੂੰ ਪੁੱਤਰ ਦਿੱਤਾ, ਦੁੱਧ ਆਪਣੇ ਬੱਚਿਆਂ ਨੂੰ ਪਿਆਉਣਾ ਨਹੀਂ ਤੇ ਦੁੱਧ ਹੀ ਨਹੀਂ ਦਿੰਦੇ। ਹਾਂ ਜ਼ਰੂਰ ਮਹਿੰਗਾਈ ਬੜੀ ਹੈ, ਉਹਨੂੰ ਪੂਰਾ ਕਰਨ ਵਾਸਤੇ ਪੈਸਾ ਚਾਹੀਦਾ ਹੈ, ਹਾਲਾਤ ਨੂੰ ਬਿਹਤਰ ਕਰਨ ਲਈ। ਲੇਕਿਨ ਬੱਚੇ ਜਿਹੜੇ ਨੇ ਉਹਨਾਂ ਦੀ ਪਰਵਰਿਸ਼ ਵਾਸਤੇ ਦੁੱਧ ਜ਼ਰੂਰੀ ਹੈ। ਅਤੇ ਅਗਰ ਤੁਸੀਂ ਦੁੱਧ ਆਪਣਾ ਹੈ ਤੁਹਾਡੇ ਕੋਲ ਤੇ ਘਰ ਕਮ ਅਜ਼ ਕਮ ਇਤਨਾ ਕੁ ਰੱਖਿਆ ਕਰੋ ਕਿ ਬੱਚਿਆਂ ਨੂੰ ਖਾਲਸ ਦੁੱਧ ਮਿਲਦਾ ਰਹੇ। ਹਾਂਜੀ, अस्सलाम वालेकुम। वालेकुम अस्सलाम रहमतुल्लाहि व बरकातुहू। क्या नाम है बेटा? मुजाहिद अली। ਮੁਜਾਹਿਦ ਅਲੀ। ਬੱਚਾ ਤੇਜ਼ ਲੱਗਦਾ ਪਿਆ ਜੇ ਮੈਨੂੰ, ਮਾਸ਼ਾ ਅੱਲਾ। ਅਤੇ ਛੁੱਟੀਆਂ ਕਿਵੇਂ ਗੁਜ਼ਾਰੀਆਂ ਨੇ? सर बहुत अच्छी ਕੀ ਕਰਦੇ ਰਹੇ ਅੱਜ? से माल दा करदे ने से उस बाद फारग टाइम ते सही कार पढ़ ली ते ਪੜ੍ਹਾਈ ਦੇ ਨਾਲ ਮਾਲ ਦਾ ਕੰਮ ਕੀਤਾ? ਮੱਝਾਂ ਗਾਈਂ? से एक मंच ਇੱਕ ਮੱਝ? ਮੁੜ ਮਾਲ ਤਾਂ ਨਾ ਹੋਇਆ, ਇੱਕ ਮੱਝ ਹੋਈ। ਦੁੱਧ ਦਿੰਦੀ ਹੈ? से सुन वाले ਹਾਂ, ਸੌਣ ਵਾਲੀ। ਇਹ ਬਗੈਰ ਦੁੱਧ ਤੋਂ ਹੀ ਆਦੀ ਮਿਹਨਤ ਕਰਦਾ ਰਿਹਾ। ਅਤੇ ਬੇਟਾ ਪੜ੍ਹਾਈ ਹਲੇ ਕੀ ਪੋਜੀਸ਼ਨ ਹੈ? सर अच्छी। ਉਸਤਾਦ ਤੁਹਾਨੂੰ ਮਿਹਨਤ ਨਾਲ ਪੜ੍ਹਾਉਂਦੇ ਨੇ? जी सर मेहनत के साथ। ਅੱਛਾ, ਤੁਸੀਂ ਚਾਰੇ ਬੱਚੇ ਮੈਨੂੰ ਇਹ ਦੱਸੋ, ਤੁਸੀਂ ਹਾਈ ਸਕੂਲ ਵਿੱਚ ਪੜ੍ਹਦੇ ਜੇ ਅਤੇ ਤੁਸੀਂ ਬੱਚਿਆਂ ਨੂੰ ਕੀ ਪੈਗਾਮ ਦਿਓਗੇ ਜਿਹੜਾ ਆਪਣਾ ਚੈਨਲ ਵੇਖਣਗੇ? ਉਹਨਾਂ ਨੂੰ ਕੀ ਪੈਗਾਮ ਦਿਓਗੇ? ਹਾਈ ਸਕੂਲ ਆ ਕੇ ਆਪਣੇ ਅਸਾਤਿਜ਼ਾ ਦੇ ਬਾਰੇ ਦੱਸੋ ਕਿ ਉਸਤਾਦ ਕਿਸ ਤਰ੍ਹਾਂ ਮਿਹਨਤ ਕਰਾਉਂਦੇ ਨੇ, ਕਿਸ ਤਰ੍ਹਾਂ ਤੁਹਾਨੂੰ ਤਾਲੀਮ ਦਿੰਦੇ ਨੇ ਕਿ ਉਹ ਬੱਚੇ ਆਪਣੇ ਸਕੂਲ ਵਿੱਚ ਆਉਣ। ਆਪਣੇ ਅਜ਼ੀਜ਼ ਰਿਸ਼ਤੇਦਾਰ ਦੋਸਤਾਂ ਨੂੰ ਤੁਸੀਂ ਕਿਵੇਂ ਕਾਇਲ ਕਰਦੇ ਹੋ ਕਿ ਇਸ ਸਕੂਲ ਵਿੱਚ ਆਓ, ਇੱਥੇ ਫਰੀ ਤਾਲੀਮ ਹੈ, ਕਿਤਾਬਾਂ ਫਰੀ ਮਿਲਦੀਆਂ ਨੇ? ਕੀ ਪੈਗਾਮ ਦਿਓਗੇ? ਇੱਕ ਇੱਕ ਫਿਕਰੇ 'ਚ ਦੱਸੀ ਜਾਓ। सर जी हमारा हाई स्कूल बहुत अच्छा है। इससे अगर कोई भी हमें मिले तो इस अदारे में आए और इसी अदारे में तालीम हासिल करे। उस्ताद आपके अच्छे हैं, कॉम्पिटेंट हैं? हाँ जी सर। आप क्या पैगाम दें? सही हमारे उस्ताद बहुत अच्छे हैं, हमारा स्कूल भी बहुत अच्छा है, साफ़ सुथरा माहौल है और हमारा स्कूल भी बहुत बड़ा है। आप इधर इसीलिए आए हैं और आप चाहते हैं कि बाकी बच्चे भी इधर आएँ? हाँ जी। हाँ जी, इज़हार साहब, ਤੁਸੀਂ ਆਪਣੇ ਦੋਸਤਾਂ ਨੂੰ ਕੀ ਪੈਗਾਮ ਦਿਓਗੇ ਕਿ ਸਾਡੇ ਇਦਾਰੇ 'ਚ ਕਿਉਂ ਆਉਣ ਪੜ੍ਹਨ ਲਈ, ਹਾਈ ਸਕੂਲ ਵਿੱਚ? ये तो सही स्कूल बहुत अच्छा है, मैदान भी बहुत खुले हैं और गर्दो गुबार भी नहीं है। यहाँ उस्ताद भी बहुत अच्छे हैं और माहौल अच्छा है, तलीमी माहौल बहुत अच्छा है हमारे स्कूल का। हाँ जी, आप भी अपने दोस्तों को कोई पैगाम दें जो स्कूल नहीं आ रहे या पढ़ नहीं रहे, तो उनको आप इधर मंगवाने के लिए जो यूट्यूब चैनल देखते हैं तो उनके ज़हन में ये बात जाए कि हम अगर पढ़ेंगे तो तरक्की है, अगर नहीं पढ़ते तो नुकसान है। हमें चाहिए कि हम रोज़ाना स्कूल आए और हमारे स्कूल की बहुत अच्छा माहौल है और खेलें भी होती है और बहुत असम्बली भी होती है और छुट्टी के ब्रेक के बाद नमाज का पीरियड भी लगता है। हमें चाहिए कि हाई स्कूल में दाखिला लें और साफ माहौल में रहें। और यहाँ पर एक पाबंदी है, जो बच्चा ब्रेक के टाइम, छुट्टी के वक्त या ब्रेक के टाइम शरारतें करता है उसे
سزا بھی ملتی ہے۔ کیا بات ہے، کیا بات ہے، یہ اضافی چیز ہے ناظرین۔ آپ کو بتاتا چلوں کہ بچے نے آگاہ کر دیا کہ اگر کوئی بچہ یہاں وائلیشن کرتا ہے یا اسکول کے ماحول کو خراب کرنے کی کوشش کرتا ہے تو ان کو سرزنش اس کی جاتی ہے، اس کو سمجھایا جاتا ہے، اسے سزا دی جاتی ہے بھاگنے دوڑنے کی، تاکہ وہ نہ ماحول کو کبھی بھی خراب نہ کرے۔ تو یہ تھے بچوں کے خیالات۔ آج پہلا دن ہے اسکول میں، بچے سردیوں کی چھٹیوں میں اتنی ٹھنڈ میں، درجہ حرارت یہاں 10 درجے سینٹی گریڈ ہے، اس میں آئے ہیں، بڑی دور دور سے آئے ہیں، موٹر سائیکلوں پہ آئے ہیں، پیدل آئے ہیں۔ تو ان میں سے چند بچوں کے ساتھ میں نے آپ کی بات چیت کروائی ہے۔ تو ناظرین، روشن پوائنٹ پہ اسی طرح کی موٹیویشنل باتیں ہوتی ہیں، وہ محنت والی باتیں ہوتی ہیں جن پر عمل کر کے آپ کہیں بھی کسی بھی منزل پر پہنچ سکتے ہیں۔ اور یہ بچے ہیں، ان کی ہمت کو آپ نے دیکھا کہ پڑھنے کے ساتھ ساتھ اپنے گھر والوں کا ہاتھ بھی بٹاتے ہیں۔ تو ناظرین، یہ تھی آج کی ویڈیو، اور روشن پوائنٹ کو لائک کریں، سبسکرائب کریں، تاکہ آپ کو آئندہ اچھی ویڈیوز ملتے رہیں۔ آنے والی ویڈیو تک اللہ حافظ۔